ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਆਪਾਂ ਗੁਰਬਾਣੀ ਦੀ ਲੜੀ ਨੂੰ ਅੱਗੇ ਤੋਰਦੇ ਹਾਂ ਜੀ। ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 32 ਤੇ 33 ਉੱਪਰ ਬਾਣੀ ਦੀ ਵਿਚਾਰ ਕਰਾਂਗੇ ਜੀ। ਗੁਰੂ ਅਮਰਦਾਸ ਜੀ ਦੀ ਬਾਣੀ ਚੱਲ ਰਹੀ ਹੈ ਜੀ ਸ੍ਰੀ ਰਾਗ ਵਿੱਚ। ਸ੍ਰੀ ਰਾਗ ਮਹੱਲਾ ਤੀਜਾ। ਗੁਰਮੁਖ ਕਿਰਪਾ ਕਰੇ ਭਗਤ ਕੀਜੈ, ਬਿਨ ਗੁਰ ਭਗਤ ਨਾ ਹੋਈ। ਆਪੈ ਆਪ ਮਿਲਾਏ ਬੂਝੈ, ਤਾਂ ਨਿਰਮਲ ਹੋਵੈ ਸੋਈ। ਹਰਿ ਜੀਉ ਸਾਚਾ ਸਾਚੀ ਬਾਣੀ, ਸ਼ਬਦ ਮਿਲਾਵਾ ਹੋਈ। ਹਾਂਜੀ ਸੰਗਤ ਜੀ, ਗੁਰੂ ਅਮਰਦਾਸ ਜੀ ਕਹਿੰਦੇ ਨੇ, ਗੁਰਮੁਖ ਕਿਰਪਾ ਕਰੇ ਭਗਤ ਕੀਜੈ, ਬਿਨ ਗੁਰ ਭਗਤ ਨਾ ਹੋਈ। ਕਹਿੰਦੇ ਜਦੋਂ ਅਸੀਂ ਆਪਣਾ ਮੁੱਖ ਗੁਰੂ ਵੱਲ ਰੱਖਦੇ ਹਾਂ ਤਾਂ ਗੁਰੂ ਸਾਡੇ 'ਤੇ ਕਿਰਪਾ ਕਰਦੇ ਨੇ, ਫਿਰ ਅਸੀਂ ਭਗਤੀ ਕਰ ਸਕਦੇ ਹਾਂ। ਗੁਰੂ ਤੋਂ ਬਿਨਾਂ, ਗੁਰੂ ਦੀ ਸ਼ਰਨ ਪੈ ਤੋਂ ਬਿਨਾਂ ਭਗਤੀ ਹੋ ਨਹੀਂ ਸਕਦੀ। ਆਪੇ ਆਪ ਮਿਲਾਏ ਬੂਝੈ, ਤਾਂ ਨਿਰਮਲ ਹੋਵੈ ਸੋਈ। ਕਹਿੰਦੇ ਜਦੋਂ ਪਰਮਾਤਮਾ ਸਾਡੇ 'ਤੇ ਮਿਹਰ ਕਰਕੇ ਗੁਰੂ ਮਿਲਾਉਂਦੇ ਨੇ, ਫਿਰ ਅਸੀਂ ਭਗਤੀ ਕਰਦੇ ਹਾਂ। ਫਿਰ ਪਰਮਾਤਮਾ ਆਪ ਰਹਿਮਤ ਕਰਕੇ ਸਾਨੂੰ ਆਪਣੇ ਚਰਨਾਂ ਨਾਲ ਮਿਲਾ ਲੈਂਦੇ ਨੇ, ਆਪਣੇ ਆਪੇ ਵਿੱਚ ਮਿਲਾ ਲੈਂਦੇ ਨੇ। ਅਤੇ ਜਦੋਂ ਪਰਮਾਤਮਾ ਦੇ ਨਾਲ ਸਾਡਾ ਮਿਲਾਪ ਹੁੰਦਾ, ਸਾਨੂੰ ਅਸਲੀ ਜੀਵਨ ਦੀ ਸਮਝ ਲੱਗ ਜਾਂਦੀ ਆ ਅਤੇ ਸਾਡਾ ਆਪਾ ਨਿਰਮਲ ਹੋ ਜਾਂਦਾ। ਜਿਸ ਵੀ ਇਨਸਾਨ ਦਾ ਪਰਮਾਤਮਾ ਦੇ ਨਾਲ ਮਿਲਾਪ ਹੁੰਦਾ, ਉਹਦਾ ਅੰਦਰਲਾ ਨਿਰਮਲ ਹੋ ਜਾਂਦਾ। ਹਰਿ ਜੀਉ ਸਾਚਾ, ਪਰਮਾਤਮਾ ਜੀ ਸੱਚੇ ਨੇ, ਪਰਮਾਤਮਾ ਦੀ ਬਾਣੀ ਸੱਚੀ ਆ। ਪਰਮਾਤਮਾ ਦੇ ਨਾਲ, ਗੁਰੂ ਦੇ ਸ਼ਬਦ ਦੇ ਨਾਲ ਮਿਲਾਪ ਹੋ ਜਾਂਦਾ ਹੈ। ਭਾਈ ਰੇ ਭਗਤ ਹੀਨ ਕਾਹੇ ਜਗ ਆਇਆ, ਪੂਰੇ ਗੁਰ ਕੀ ਸੇਵ ਨਾ ਕੀਨੀ, ਬਿਰਥਾ ਜਨਮ ਗਵਾਇਆ। ਰਹਾਓ, ਕਹਿੰਦੇ ਹੇ ਭਾਈ, ਜੋ ਵੀ ਭਗਤੀ ਨਹੀਂ ਕਰਦਾ, ਕਹਿੰਦੇ ਉਹਦਾ ਦੁਨੀਆ 'ਤੇ ਆਉਣਾ ਮਤਲਬ ਕੋਈ ਸਫਲ ਨਹੀਂ ਹੁੰਦਾ, ਨਿਸਫਲ ਹੈ ਉਹ ਤਾਂ। ਮਤਲਬ ਦੁਨੀਆ 'ਤੇ ਆਉਣਾ ਵਿਅਰਥ ਹੀ ਗਿਆ ਜਿਹਨੇ ਭਗਤੀ ਨਹੀਂ ਕੀਤੀ, ਕਿਉਂਕਿ ਭਗਤੀ ਕਰਕੇ ਹੀ ਪਰਮਾਤਮਾ ਦੇ ਨਾਲ ਮਿਲਾਪ ਹੋਣਾ। ਹਰਿ ਜੀਉ ਸਾਚਾ ਸਾਚੀ ਬਾਣੀ, ਭਗਤ ਮਿਲਾਵਾ ਸ਼ਬਦ ਮਿਲਾਵਾ ਹੋਈ। ਭਾਈ ਰੇ ਭਗਤ ਹੀਨ ਕਾਹੇ ਜਗ ਆਇਆ, ਪੂਰੇ ਗੁਰ ਕੀ ਸੇਵ ਨ ਕੀਨੀ, ਬਿਰਥਾ ਜਨਮ ਗਵਾਇਆ। ਕਹਿੰਦੇ ਜਦੋਂ ਪੂਰੇ ਗੁਰੂ ਦੀ ਸੇਵਾ ਨਹੀਂ ਕੀਤੀ, ਸੇਵਾ ਸਿਮਰਨ ਨਹੀਂ ਕੀਤਾ, ਤਾਂ ਫਿਰ ਸਾਰਾ ਜਿਹੜਾ ਜਨਮ ਆ ਮਨੁੱਖਾ ਜੀਵਨ ਮਿਲਿਆ, ਪਰ ਉਹ ਸਾਰਾ ਵਿਅਰਥ ਹੀ ਚਲੇ ਗਿਆ। ਰਹਾਓ, ਆਪੇ ਜਗ ਜੀਵਨ ਸੁਖ ਦਾਤਾ, ਆਪੇ ਬਖਸ਼ ਮਿਲਾਏ। ਜੀ ਜੰਤ ਇਹ ਕਿਆ ਵਿਚਾਰੇ, ਕਿਆ ਕੋ ਆਖ ਸੁਣਾਏ। ਗੁਰਮੁਖ ਆਪੇ ਦੇ ਵਡਾਈ, ਆਪੇ ਸੇਵ ਕਰਾਏ। ਕਹਿੰਦੇ ਪਰਮਾਤਮਾ ਸਾਨੂੰ ਜੀਵਨ ਦੇਣ ਵਾਲਾ, ਜਗ ਨੂੰ ਜੀਵਨ ਦੇਣ ਵਾਲਾ, ਉਹ ਸੁੱਖਾਂ ਦਾ ਦਾਤਾ, ਉਹ ਆਪੇ ਹੀ ਕਿਰਪਾ ਕਰਕੇ ਸਾਨੂੰ ਆਪਣੇ ਆਪ ਨਾਲ ਮਿਲਾ ਲੈਂਦੇ ਨੇ। ਕਹਿੰਦੇ ਵੀ ਇਹ ਨਹੀਂ ਤਾਂ ਜਿਹੜੇ ਜੀ ਅਸੀਂ ਹੈਗੇ ਹਾਂ ਕੀ ਕਰ ਸਕਦੇ ਹਾਂ, ਪਰਮਾਤਮਾ ਹੀ ਬਖਸ਼ਿਸ਼ ਕਰਕੇ ਸਾਨੂੰ ਆਪਣੇ ਨਾਲ ਮਿਲਾਉਂਦੇ ਨੇ। ਕਹਿੰਦੇ ਹੋਰ ਜਿਹੜੇ ਅਸੀਂ ਜੀਵ ਹੈਗੇ ਹਾਂ, ਅਸੀਂ ਹੋਰ ਪਰਮਾਤਮਾ ਤੋਂ ਬਿਨਾਂ ਕਿਸ ਨੂੰ ਆਪਣੀ ਕਹਿੰਦੇ ਦੁੱਖ ਸੁੱਖ ਸੁਣਾ ਸਕਦੇ ਹਾਂ। ਪਰਮਾਤਮਾ ਹੀ ਬਖਸ਼ਿਸ਼ ਕਰਕੇ ਸਾਨੂੰ ਆਪਣੇ ਨਾਲ ਮਿਲਾਉਂਦੇ ਨੇ ਅਤੇ ਸਾਡਾ ਗੁਰੂ ਦੇ ਨਾਲ ਮਿਲਾਪ ਕਰਾ ਕੇ ਸਾਨੂੰ ਵਡਿਆਈ ਦਿੰਦੇ ਨੇ ਅਤੇ ਸਾਡੇ ਕੋਲੋਂ ਆਪਣੀ ਸੇਵਾ ਵੀ ਆਪ ਕਰਾਉਂਦੇ ਨੇ। ਸਭ ਕੁਛ ਦੀ ਵਿਧੀ ਪਰਮਾਤਮਾ ਆਪ ਹੀ ਬਣਾਉਂਦੇ ਨੇ, ਗੁਰੂ ਨੂੰ ਮਿਲਾਉਣ ਦੀ, ਨਾਮ ਦਿਵਾਉਣ ਦੀ, ਆਪਣੇ ਨਾਲ ਮਿਲਾਉਣ ਦੀ, ਸਭ ਕੁਛ। ਦੇਖ ਕੁਟੰਬ ਮੋਹੇ ਲੁਭਾਣਾ, ਚਲਦਿਆਂ ਨਾਲ ਨਾ ਜਾਈ। ਸਤਿਗੁਰ ਸੇਵ ਗੁਣ ਨਿਧਾਨ ਪਾਇਆ, ਤਿਸ ਦੀ ਕੀਮ ਨਾ ਪਾਈ। ਹਾਂਜੀ, ਫਿਰ ਜੀਵ ਨੂੰ ਕਹਿੰਦੇ ਨੇ ਕਿ ਤੂੰ ਇਸ ਜਿਹੜਾ ਹੈਗਾ ਮੋਹ ਹੈ ਨਾ, ਹਰ ਇੱਕ ਚੀਜ਼ ਦਾ, ਮਾਇਆ ਦਾ, ਪਦਾਰਥਾਂ ਦਾ, ਇਹਦੇ ਕਹਿੰਦੇ ਤੂੰ ਮੋਹ ਦੇ ਵਿੱਚ ਕਹਿੰਦੇ ਮਤਲਬ ਖਚਿਤ ਹੋ ਜਾਣਾ।
ਕਹਿੰਦੇ ਪਰ ਜਦੋਂ ਤੂੰ ਜਾਣਾ ਇੱਥੋਂ, ਇਸ ਕਿਸੇ ਚੀਜ਼ ਨੇ ਵੀ ਤੇਰੇ ਨਾਲ ਨਹੀਂ ਜਾਣਾ। ਜੋ ਚੀਜ਼ ਸਾਨੂੰ ਹੁਣ ਇੱਥੇ ਦਿਖਾਈ ਦਿੰਦੀ ਆ ਤੇ ਸਾਨੂੰ ਲੱਗਦਾ ਬਸ ਇਹੀ ਚੀਜ਼ ਸਾਡੇ ਕੰਮ ਦੀ ਆ। ਸਤਿਗੁਰ ਸੇਵ ਗੁਣ ਨਿਧਾਨ ਪਾਇਆ। ਕਹਿੰਦੇ ਸਤਿਗੁਰ ਦੀ ਸੇਵਾ ਕਰਕੇ ਹੀ ਗੁਣਾਂ ਦੇ ਖਜ਼ਾਨੇ ਪਰਮਾਤਮਾ ਨੂੰ ਪਾਇਆ ਜਾ ਸਕਦਾ ਹੈ। ਫਿਰ ਜੋ ਕੋਈ ਪਰਮਾਤਮਾ ਨੂੰ ਪਾ ਲੈਂਦਾ ਉਹਦੀ ਫਿਰ ਕੀਮਤ ਨਹੀਂ ਪਾਈ ਜਾਂਦੀ, ਉਹ ਫਿਰ ਵਡਮੁੱਲਾ ਹੋ ਜਾਂਦਾ ਉਹ ਜੀਵ। ਹਰ ਪ੍ਰਭ ਸਖਾ ਮੀਤ ਪ੍ਰਭ ਮੇਰਾ, ਅੰਤੇ ਹੋਏ ਸਖਾਈ। ਕਹਿੰਦੇ ਜਿਹੜਾ ਪਰਮੇਸ਼ਰ ਪਰਮਾਤਮਾ ਉਹੀ ਮੇਰਾ ਮਿੱਤਰ ਆ, ਉਹੀ ਮੇਰਾ ਸਖਾ। ਅੰਤ ਵੇਲੇ ਸਿਰਫ ਉਹਦੇ ਨਾਮ ਨੇ ਹੀ ਕੰਮ ਆਉਣਾ, ਹੋਰ ਕਿਸੇ ਨੇ ਵੀ ਸਖਾਈ ਨਹੀਂ ਹੋਣਾ, ਕਿਸੇ ਨੇ ਮਿੱਤਰ ਨਹੀਂ ਬਣਨਾ। ਆਪਣੇ ਮਨ ਚਿੱਤ ਕਹੇ ਕਹਾਏ, ਬਿਨ ਗੁਰ ਆਪ ਨਾ ਜਾਈ। ਹਰ ਜਿਉ ਦਾਤਾ ਭਗਤ ਵਸ਼ਲ ਹੈ, ਕਰ ਕਿਰਪਾ ਮਨ ਬਸਾਈ। ਆਪਣੇ ਮਨ ਚਿੱਤ ਕਹੇ ਕਹਾਏ, ਬਿਨ ਗੁਰ ਆਪ ਨਾ ਜਾਈ। ਕਹਿੰਦੇ ਚਾਹੇ ਕੋਈ ਮਤਲਬ ਇੱਦਾਂ ਕਹੇ ਕਿ ਵੀ ਮੈਂ ਆਪਣੇ ਮਤਲਬ ਵੱਲੋਂ ਠੀਕ ਆ, ਮੇਰੇ ਅੰਦਰ ਅਹੰਕਾਰ ਨਹੀਂ ਹੈ, ਪਰ ਕਹਿੰਦੇ ਵੀ ਬਿਨ ਗੁਰ ਆਪ ਨਾ ਜਾਈ। ਕਹਿੰਦੇ ਗੁਰੂ ਨੂੰ ਮਿਲਣ ਤੋਂ ਬਿਨਾਂ ਸਾਡਾ ਹੰਕਾਰ ਵੀ ਖਤਮ ਨਹੀਂ ਹੁੰਦਾ। ਹਰ ਜਿਉ ਦਾਤਾ ਭਗਤ ਵਸ਼ਲ ਹੈ, ਕਰ ਕਿਰਪਾ ਮਨ ਵਸਾਈ। ਕਹਿੰਦੇ ਪਰਮਾਤਮਾ ਭਗਤ ਵਸ਼ਲ ਹੈ, ਭਗਤੀ ਨੂੰ ਪਿਆਰ ਕਰਨ ਵਾਲਾ ਹੈ। ਕਹਿੰਦੇ ਕਿਰਪਾ ਕਰਕੇ ਸਾਡੇ ਮਨ ਦੇ ਵਿੱਚ ਭਗਤੀ ਨੂੰ ਉਹੀ ਟਿਕਾਉਂਦਾ ਹੈ। ਨਾਨਕ ਸੋਭਾ ਸੁਰਤ ਦੇ ਪ੍ਰਭ, ਆਪੇ ਗੁਰਮੁਖ ਦੇ ਵਡਿਆਈ। ਕਹਿੰਦੇ ਨਾਨਕ ਜੀ, ਹੇ ਨਾਨਕ, ਕਹਿੰਦੇ ਪਰਮਾਤਮਾ ਸਾਨੂੰ ਗੁਰੂ ਦੀ ਸ਼ਰਨ ਪਾ ਕੇ ਆਪੇ ਹੀ ਵਡਿਆਈ ਦਿੰਦਾ, ਆਪੇ ਹੀ ਸਾਨੂੰ ਸੋਭਾ ਦਿੰਦਾ, ਆਪੇ ਹੀ ਸਾਨੂੰ ਭਗਤੀ ਕਰਨ ਦੀ ਸੁਰਤ ਦਿੰਦਾ। ਸ੍ਰੀ ਰਾਗ ਮਹੱਲਾ ਤੀਜਾ। ਧੰਨ ਜਨਨੀ ਜਿਨ ਜਾਇਆ, ਧੰਨ ਪਿਤਾ ਪ੍ਰਧਾਨ। ਸਤਿਗੁਰ ਸੇਵ ਸੁਖ ਪਾਇਆ, ਵਿੱਚੋਂ ਗਿਆ ਗੁਮਾਨ। ਦਰ ਸੇਵਨ ਸੰਤ ਜਨ, ਖੜੇ ਪਾਇਨ ਗੁਣੀ ਨਿਧਾਨ। ਹਾਂਜੀ ਸੰਗਤ ਜੀ, ਗੁਰੂ ਅਮਰਦਾਸ ਜੀ ਕਹਿੰਦੇ ਨੇ ਉਹ ਜਨਨੀ ਧੰਨ ਹੈ, ਉਹ ਪਿਤਾ ਧੰਨ ਹੈ ਜਿਹਨੇ ਗੁਰੂ ਨੂੰ ਜਨਮ ਦਿੱਤਾ। ਕਹਿੰਦੇ ਗੁਰੂ ਦੀ ਸੇਵਾ ਕਰਕੇ ਹੀ ਅਸੀਂ ਸੁੱਖ ਪਾ ਸਕਦੇ ਹਾਂ ਅਤੇ ਸਾਡੇ ਅੰਦਰੋਂ ਅਹੰਕਾਰ ਖਤਮ ਹੁੰਦਾ। ਕਹਿੰਦੇ ਜਿਹੜੇ ਸੰਤ ਜਨ ਨੇ ਉਹ ਗੁਰੂ ਦੇ ਦਰ 'ਤੇ ਖੜੇ ਸੇਵਾ ਕਰਦੇ ਨੇ ਪਰਮਾਤਮਾ ਦੀ, ਅਤੇ ਇਸ ਤਰ੍ਹਾਂ ਫਿਰ ਗੁਣਾਂ ਦੇ ਖਜ਼ਾਨੇ ਪਰਮਾਤਮਾ ਨੂੰ ਪਾ ਲੈਂਦੇ ਨੇ। ਮੇਰੇ ਮਨ ਗੁਰਮੁਖ ਧਿਆਏ ਹਰ ਸੋਏ, ਗੁਰ ਕਾ ਸ਼ਬਦ ਮਨ ਵਸੈ, ਮਨ ਤਨ ਨਿਰਮਲ ਹੋਏ। ਰਹਾਓ। ਕਹਿੰਦੇ ਹੇ ਮੇਰੇ ਮਨ, ਗੁਰੂ ਦੀ ਸ਼ਰਨ ਪੈ ਕੇ ਹਰੀ ਨੂੰ ਧਿਆਇਆ ਕਰ। ਜਦੋਂ ਗੁਰੂ ਦਾ ਸ਼ਬਦ ਮਨ ਵਿੱਚ ਵਸ ਜਾਂਦਾ ਤਾਂ ਸਾਡਾ ਤਨ ਅਤੇ ਮਨ ਨਿਰਮਲ ਹੋ ਜਾਂਦੇ ਨੇ। ਕਰ ਕਿਰਪਾ ਘਰ ਆਇਆ ਆਪੇ, ਮਿਲਿਆ ਆਏ। ਗੁਰ ਸ਼ਬਦੀ ਸਾਲਾਹੀਐ, ਰੰਗੇ ਸਹਿਜ ਸੁਪਾਏ। ਕਹਿੰਦੇ ਪਰਮਾਤਮਾ ਸਾਡੇ 'ਤੇ ਕਿਰਪਾ ਕਰਕੇ ਆਪ ਹੀ ਸਾਨੂੰ ਮਿਲਦਾ ਹੈ, ਆਪ ਹੀ ਸਾਡੇ ਹਿਰਦੇ ਘਰ ਵਿੱਚ ਟਿਕਦਾ ਹੈ। ਕਹਿੰਦੇ ਪਰਮਾਤਮਾ ਨੂੰ ਅਸੀਂ ਗੁਰੂ ਦੇ ਸ਼ਬਦ ਦੇ ਨਾਲ ਸਲਾਹੀਏ, ਉਹਦੀ ਕੀਰਤੀ ਕਰੀਏ ਅਤੇ ਪਰਮਾਤਮਾ ਦੇ ਪਿਆਰ ਵਿੱਚ ਰੰਗੇ ਰਹੀਏ, ਅਤੇ ਫਿਰ ਅਸੀਂ ਅਡੋਲਤਾ ਵਿੱਚ ਰਹਿੰਦੇ ਹਾਂ। ਸੱਚੈ ਸੱਚ ਸਮਾਇਆ, ਮਿਲ ਰਹੇ ਨ ਵਿਛੜ ਜਾਏ। ਜੋ ਕਿਛ ਕਰਨਾ ਸੋ ਕਰ ਰਿਹਾ, ਅਵਰ ਨ ਕਰਨਾ ਜਾਏ। ਹਾਂਜੀ, ਕਹਿੰਦੇ ਜਦੋਂ ਅਸੀਂ ਪਰਮਾਤਮਾ ਦੇ ਪ੍ਰੇਮ ਦੇ ਰੰਗ ਵਿੱਚ ਰੰਗ ਕੇ ਉਹਦਾ ਨਾਮ ਲੈਂਦੇ ਹਾਂ, ਸਾਡਾ ਤਨ ਮਨ ਪਵਿੱਤਰ ਹੋ ਜਾਂਦਾ, ਤਾਂ ਅਸੀਂ ਸੱਚੇ ਹੋ ਜਾਂਦੇ ਹਾਂ। ਤਾਂ ਫਿਰ ਅਸੀਂ ਸੱਚਾ ਪਰਮਾਤਮਾ ਜੋ ਤਾਂ ਉਹਦੇ ਵਿੱਚ ਸਾਡੀ ਸਮਾਈ ਹੋ ਜਾਂਦੀ ਆ। ਜਦੋਂ ਅਸੀਂ ਪਰਮਾਤਮਾ ਨੂੰ ਮਿਲ ਜਾਂਦੇ ਹਾਂ ਤਾਂ ਫਿਰ ਮੁੜ ਕੇ ਵਿਛੜਦੇ ਨਹੀਂ ਹੈਗੇ। ਕਹਿੰਦੇ ਜੋ ਕੁਛ ਵੀ ਹੋ ਰਿਹਾ ਉਹ ਪਰਮਾਤਮਾ ਹੀ ਕਰ ਰਹੇ ਨੇ, ਅਤੇ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਕੁਛ ਨਹੀਂ ਕਰ ਸਕਦਾ, ਕਿਸੇ ਦੇ ਹੱਥ ਵੱਸ ਕੁਛ ਵੀ ਨਹੀਂ ਹੈਗਾ। ਚਿਰੀ ਵਿਛੁੰਨੈ ਮੇਲੀਅਨ, ਸਤਿਗੁਰ ਪੰਨੈ ਪਾਏ। ਆਪੇ ਕਾਰ ਕਰਾਏ ਸੀ, ਅਵਰ ਨ ਕਰਨਾ ਜਾਏ। ਹਾਂਜੀ, ਕਹਿੰਦੇ ਸਾਨੂੰ ਜਿਹੜੇ ਅਸੀਂ ਪਰਮਾਤਮਾ ਤੋਂ
ਚਿਰਾਂ ਦੇ ਜਨਮਾਂ ਜਨਮਾਂ ਦੇ ਵਿਛੜੇ ਹੋਏ ਨੇ। ਪਰਮਾਤਮਾ ਹੀ ਸਾਨੂੰ ਗੁਰੂ ਦੇ ਲੜ ਲਾ ਕੇ ਆਪਦੇ ਨਾਲ ਮਿਲਾਉਂਦੇ ਨੇ। ਸਾਡੇ ਕੋਲੋਂ ਉਹ ਸਾਰੇ ਕਰਮ ਕਰਾਉਂਦੇ ਨੇ ਜੋ ਭਗਤੀ ਵਿੱਚ ਸਹਾਇਕ ਹੋਣ, ਜੋ ਪਰਮਾਤਮਾ ਨੂੰ ਮਿਲਣ ਵਿੱਚ ਸਹਾਇਕ ਹੋਣ। ਹੋਰ ਕੋਈ ਕੁਛ ਨਹੀਂ ਕਰ ਸਕਦਾ। ਮਨ ਤਨ ਰਤਾ ਰੰਗ ਸਿਉ ਹਉਮੈ ਤਜ ਵਿਕਾਰ, ਅਹਨਸ ਹਿਰਦੈ ਰਵ ਰਹੇ ਨਿਰਭਉ ਨਾਮ ਨਿਰੰਕਾਰ। ਨਾਨਕ ਆਪ ਮਿਲਾਇਨ ਪੂਰੈ ਸ਼ਬਦ ਅਪਾਰ। ਹਾਂਜੀ, ਕਹਿੰਦੇ ਵੀ ਜਿਨ੍ਹਾਂ ਦਾ ਮਨ ਤਨ ਪਰਮਾਤਮਾ ਦੇ ਪਿਆਰ ਵਿੱਚ ਰੰਗਿਆ ਰਹਿੰਦਾ, ਉਹਨਾਂ ਦੇ ਕਹਿੰਦੇ ਅੰਦਰੋਂ ਹਉਮੈ ਦਾ ਵਿਕਾਰ ਖਤਮ ਹੋ ਜਾਂਦਾ। ਉਹਨਾਂ ਦੇ ਹਿਰਦੇ ਵਿੱਚ ਕਹਿੰਦੇ ਦਿਨ ਰਾਤ ਸਾਰਾ ਟਾਈਮ ਨਿਰਭਉ, ਉਹ ਪਰਮਾਤਮਾ ਜਿਹਨੂੰ ਕਿਸੇ ਦਾ ਭਉ ਨਹੀਂ, ਜੋ ਨਿਰੰਕਾਰ ਆ, ਕਹਿੰਦੇ ਉਹਦਾ ਨਾਮ ਉਸ ਜੀਵ ਦੇ ਹਿਰਦੇ ਵਿੱਚ ਦਿਨ ਰਾਤ ਹਮੇਸ਼ਾ ਟਿਕਿਆ ਰਹਿੰਦਾ। ਨਾਨਕ ਆਪ ਮਿਲਾਇਨ ਪੂਰੇ ਸ਼ਬਦ ਅਪਾਰ, ਕਹਿੰਦੇ ਇਹ ਨਾਨਕ ਪਰਮਾਤਮਾ ਗੁਰੂ ਦੇ ਸ਼ਬਦ ਰਾਹੀਂ ਜੀਵ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਸ੍ਰੀ ਰਾਗ ਮਹੱਲਾ ਤੀਜਾ। ਗੋਬਿੰਦ ਗੁਣੀ ਨਿਦਾਨ ਹੈ, ਅੰਤ ਨ ਪਾਇਆ ਜਾਏ। ਕਥਨੀ ਬਦਨੀ ਨਾ ਪਾਈਐ, ਹਉਮੈ ਵਿੱਚੋਂ ਜਾਏ। ਸਤਿਗੁਰ ਮਿਲੀਐ ਸਦ ਭੈ ਰਚੈ, ਆਪ ਵਸੈ ਮਨ ਆਏ। ਹਾਂਜੀ, ਕਹਿੰਦੇ ਗੋਬਿੰਦ ਪਰਮਾਤਮਾ ਗੁਣਾਂ ਦਾ ਖਜ਼ਾਨਾ ਹੈ। ਉਹਦੇ ਗੁਣਾਂ ਦਾ, ਪਰਮਾਤਮਾ ਦਾ ਅੰਤ ਨਹੀਂ ਪਾਇਆ ਜਾ ਸਕਦਾ। ਕਹਿੰਦੇ ਨਿਰੀਆਂ ਆਪਾਂ ਜੇ ਕਹੀਏ ਗੱਲਾਂ ਨਾਲ ਹੀ ਸਾਡੇ ਵਿੱਚੋਂ ਪਰਮਾਤਮਾ, ਸਾਡੇ ਵਿੱਚੋਂ ਹਉਮੈ ਖਤਮ ਹੋ ਜਾਵੇ ਅਤੇ ਸਾਨੂੰ ਪਰਮਾਤਮਾ ਮਿਲ ਜਾਏ, ਇਸ ਤਰ੍ਹਾਂ ਨਹੀਂ ਹੁੰਦਾ। ਕਹਿੰਦੇ ਨਿਰੀਆਂ ਗੱਲਾਂ ਨਾਲ ਸਾਡਾ ਹਉਮੈ ਵੀ ਨਹੀਂ ਖਤਮ ਹੁੰਦਾ ਅਤੇ ਸਾਨੂੰ ਪਰਮਾਤਮਾ ਵੀ ਨਹੀਂ ਮਿਲਦੇ। ਸਤਿਗੁਰ ਮਿਲੀਐ ਸਦ ਭੈ ਰਚੈ, ਆਪ ਵਸੈ ਮਨ ਆਏ। ਕਹਿੰਦੇ ਜਦੋਂ ਸਾਡਾ ਸਤਿਗੁਰੂ ਦੇ ਨਾਲ ਮਿਲਾਪ ਹੁੰਦਾ, ਫਿਰ ਅਸੀਂ ਪਰਮਾਤਮਾ ਦੇ ਪਿਆਰੇ, ਜਿਹੜਾ ਕਹਿੰਦੇ ਨਿਰਮਲ ਭਉ, ਉਹਦੇ ਅਦਬ ਦੇ ਵਿੱਚ ਅਸੀਂ ਰਚੇ ਰਹਿੰਦੇ ਹਾਂ ਅਤੇ ਫਿਰ ਪਰਮਾਤਮਾ ਸਾਡੇ ਆਪ ਹੀ ਮਨ ਦੇ ਵਿੱਚ ਆ ਕੇ ਵਸ ਜਾਂਦਾ। ਭਾਈ ਰੇ ਗੁਰਮੁਖ ਬੂਝੈ ਕੋਇ, ਕਹਿੰਦੇ ਇਸ ਗੱਲ ਦੀ ਸਮਝ ਗੁਰੂ ਦੇ ਸਨਮੁਖ ਹੋਇਆਂ ਹੀ ਕਿਸੇ ਨੂੰ ਮਿਲਦੀ ਹੈ ਕਿ ਪਰਮਾਤਮਾ ਸਾਨੂੰ ਇਸ ਤਰ੍ਹਾਂ ਮਿਲਦੇ ਨੇ। ਬਿਨ ਬੂਝੇ ਕਰਮ ਕਮਾਵਣੇ, ਜਨਮ ਪਦਾਰਥ ਖੋਏ ਰਹਾਓ। ਕਹਿੰਦੇ ਜੀਵਨ ਦੀ ਅਸਲੀਅਤ ਨੂੰ ਸਮਝਣ ਤੋਂ ਬਿਨਾਂ, ਪਰਮਾਤਮਾ ਦੇ ਨਾਲ ਸਾਂਝ ਪਾਉਣ ਤੋਂ ਬਿਨਾਂ ਜਿਹੜੇ ਵੀ ਕੋਈ ਕਰਮ ਕੀਤੇ ਜਾਂਦੇ ਨੇ, ਮਤਲਬ ਜਿਹੜੇ ਉਹ ਕਰਮ ਜੋ ਪਰਮਾਤਮਾ ਨੂੰ ਮਿਲਣ ਵਿੱਚ ਸਹਾਈ ਨਹੀਂ ਹੁੰਦੇ, ਇਹ ਤਾਂ ਮਤਲਬ ਜਿਸ ਤਰ੍ਹਾਂ ਆਪਣਾ ਸਾਰਾ ਜਿਹੜਾ ਜਨਮ ਆ ਇਹ ਵਿਅਰਥਾ ਗਵਾਉਣ ਵਾਲੀ ਗੱਲ ਹੈਗੀ ਆ। ਜਿਨੀ ਚਾਖਿਆ ਤਿਨੀ ਸਾਧ ਪਾਇਆ, ਬਿਨ ਚਾਖੇ ਭਰਮ ਭੁਲਾਏ। ਅੰਮ੍ਰਿਤ ਸਾਚਾ ਨਾਮ ਹੈ, ਕਹਿਣਾ ਕਛੂ ਨਾ ਜਾਏ। ਹਾਂਜੀ, ਕਹਿੰਦੇ ਜਿਹੜਾ ਅੰਮ੍ਰਿਤ ਆ ਉਹ ਪਰਮਾਤਮਾ ਦਾ ਸੱਚਾ ਨਾਮ ਆ। ਪਰਮਾਤਮਾ ਦਾ ਜਿਹੜਾ ਸੱਚਾ ਨਾਮ ਆ ਉਹੀ ਅੰਮ੍ਰਿਤ ਆ। ਕਹਿੰਦੇ ਪਰ ਇਹਦੇ ਬਾਰੇ ਜਦੋਂ ਤੱਕ ਸਾਨੂੰ ਅੰਮ੍ਰਿਤ ਦਾ ਸਵਾਦ ਨਹੀਂ ਆ ਗਿਆ ਉਸ ਦਾ, ਇਹਦੇ ਬਾਰੇ ਅਸੀਂ ਕੁਛ ਨਹੀਂ ਕਹਿ ਸਕਦੇ। ਪਰ ਕਹਿੰਦੇ ਜਿਹਨੇ ਇਹਦਾ ਸਵਾਦ ਚੱਖਿਆ ਪਰਮਾਤਮਾ ਦੇ ਅੰਮ੍ਰਿਤ ਨਾਮ ਦਾ, ਉਹਨੂੰ ਹੀ ਪਤਾ। ਜਿਹਨੇ ਇਹ ਸਵਾਦ ਪਰਮਾਤਮਾ ਦੇ ਅੰਮ੍ਰਿਤ ਨਾਮ ਦਾ ਸਵਾਦ ਨਹੀਂ ਚੱਖਿਆ, ਕਹਿੰਦੇ ਉਹ ਭਰਮ ਭੁਲੇਖਿਆਂ ਦੇ ਵਿੱਚ ਹੀ ਪਏ ਹੋਏ ਨੇ, ਕਿਉਂਕਿ ਉਹਨਾਂ ਨੇ ਸਵਾਦ ਨਹੀਂ ਪਾਇਆ, ਉਹਨਾਂ ਨੂੰ ਪਤਾ ਹੀ ਨਹੀਂ ਗਾ ਵੀ ਇਹ ਕੀ ਚੀਜ਼ ਆ। ਪੀਵਤ ਹੂ ਪਰਵਾਨ ਪਿਆ, ਪੂਰੇ ਸ਼ਬਦ ਸਮਾਏ। ਕਹਿੰਦੇ ਜਿਹਨੇ ਇਹ ਪਰਮਾਤਮਾ ਦਾ ਅੰਮ੍ਰਿਤ ਨਾਮ ਪੀ ਲਿਆ ਨਾ, ਫਿਰ ਕਹਿੰਦੇ ਪੀਂਦਿਆਂ ਹੀ ਉਹ ਪਰਮਾਤਮਾ ਦੀ ਦਰਗਾਹ ਦੇ ਵਿੱਚ ਕਬੂਲ ਪੈ ਜਾਂਦੇ ਨੇ ਅਤੇ ਉਹ ਗੁਰੂ ਦੇ ਸ਼ਬਦ ਦੇ ਰਾਹੀਂ ਪਰਮਾਤਮਾ ਵਿੱਚ ਸਮਾ ਜਾਂਦੇ ਨੇ। ਆਪੇ ਦੇ ਤਾਂ ਪਾਈਐ, ਹੋਰ ਕਰਨਾ ਕਿਛੂ ਨਾ ਜਾਏ। ਫਿਰ ਕਹਿੰਦੇ ਵੀ ਜੀਵ ਦੇ ਵੀ ਕੋਈ ਵੱਸ ਦੀ ਗੱਲ ਨਹੀਂ।
ਜਿਹਨੂੰ ਪਰਮਾਤਮਾ ਇਹ ਨਾਮ ਰਸ ਦਿੰਦੇ ਨੇ ਉਹੀ ਪਾਉਂਦਾ, ਉਹੀ ਇਹ ਨਾਮਦਾਨ ਉਹਨੂੰ ਮਿਲਦਾ। ਹੋਰ ਕਰਨਾ ਕਿਛ ਨਾ ਚਾਹੇ। ਸਾਡੇ ਆਪਣੇ ਹੱਥ ਵੱਸ ਕਹਿੰਦੇ ਕੁਛ ਨਹੀਂ ਹੈਗਾ ਵੀ ਅਸੀਂ ਆਪਣੇ ਇੱਛਤ ਦੇ ਹਿਸਾਬ ਦੇ ਨਾਲ ਸਾਨੂੰ ਨਹੀਂ ਮਿਲਦਾ, ਪਰਮਾਤਮਾ ਦੀ ਰਹਿਮਤ ਦੇ ਨਾਲ ਮਿਲਦਾ। ਦੇਵਨ ਵਾਲੇ ਕੈ ਹੱਥ ਦਾਤ ਹੈ, ਗੁਰੂ ਦੁਆਰੇ ਪਾਏ। ਜੇਹਾ ਕੀਤੋਂ ਤੇਹਾ ਹੋਆ, ਜਿਹੇ ਕਰਮ ਕਮਾਏ। ਕਹਿੰਦੇ ਇਹ ਦਾਤ ਜੋ ਨਾਮ ਦੀ ਆ ਇਹ ਦੇਵਨ ਵਾਲੇ ਦੇ ਹੱਥ ਹੈ, ਪਰਮਾਤਮਾ ਦੇ ਹੱਥ ਆ। ਪਰ ਪਰਮਾਤਮਾ ਦਿੰਦੇ ਗੁਰੂ ਦੇ ਰਾਹੀਂ ਨੇ, ਗੁਰੂ ਦੇ ਦੁਆਰੇ 'ਤੇ ਗਿਆਈ ਦਿੰਦੇ ਨੇ। ਜੇਹਾ ਕੀਤਨ ਤੇਹਾ ਹੋਆ, ਜਿਹੇ ਕਰਮ ਕਮਾਏ। ਕਹਿੰਦੇ ਜਿਸ ਤਰ੍ਹਾਂ ਦਾ ਪਰਮਾਤਮਾ ਇਨਸਾਨ ਨੂੰ ਬਣਾ ਦਿੰਦਾ ਅਤੇ ਉਸ ਤਰ੍ਹਾਂ ਦੇ ਹੀ ਇਨਸਾਨ, ਉਸ ਤਰ੍ਹਾਂ ਦੇ ਹੀ ਜੀਵ ਫਿਰ ਕਰਮ ਕਰਦੇ ਨੇ। ਪਰ ਜਿਹੜੇ ਸਾਡੇ ਇਹ ਕਰਮ ਨੇ ਸਾਡੇ ਪਿਛਲੇ ਜਨਮ ਦੇ ਹਿਸਾਬ ਨਾਲ ਪਰਮਾਤਮਾ ਦੇ ਦੁਆਰਾ ਲਿਖੇ ਗਏ ਨੇ। ਜਤ ਸਤ ਸੰਜਮ ਨਾਮ ਹੈ, ਵਿਣ ਨਾਵੈ ਨਿਰਮਲ ਨਾ ਹੋਏ। ਕਹਿੰਦੇ ਪਰਮਾਤਮਾ ਦੇ ਨਾਮ ਦੇ ਨਾਲ ਹੀ ਜਤ ਸਤ ਸੰਜਮ ਸਭ ਕੁਛ ਪਰਮਾਤਮਾ ਦੇ ਨਾਮ ਨਾਲ ਹੀ ਸਾਨੂੰ ਮਿਲਦਾ ਹੈ। ਅਤੇ ਨਾਮ ਤੋਂ ਬਿਨਾਂ ਸਾਡੇ ਵਿੱਚ ਇਹ ਗੁਣ ਨਹੀਂ ਆਉਂਦੇ ਅਤੇ ਅਸੀਂ ਨਿਰਮਲ ਨਹੀਂ ਹੋ ਸਕਦੇ। ਪੂਰੈ ਭਾਗ ਨਾਮ ਮਨ ਵਸੈ, ਸ਼ਬਦ ਮਿਲਾਵਾ ਹੋਏ। ਕਹਿੰਦੇ ਜੇ ਸਾਡੇ ਭਾਗ ਚੰਗੇ ਨੇ ਫਿਰ ਸਾਡੇ ਮਨ ਦੇ ਵਿੱਚ ਪਰਮਾਤਮਾ ਦਾ ਨਾਮ ਵਸਦਾ ਹੈ ਅਤੇ ਗੁਰੂ ਦੇ ਸ਼ਬਦ ਨਾਲ ਸਾਡਾ ਪਰਮਾਤਮਾ ਨਾਲ ਮਿਲਾਪ ਹੁੰਦਾ ਹੈ। ਨਾਨਕ ਸਹਿਜੇ ਹੀ ਰੰਗ ਵਰਤਦਾ, ਹਰ ਗੁਣ ਪਾਵੈ ਸੋਏ। ਕਹਿੰਦੇ ਪਰਮਾਤਮਾ ਦੇ ਪ੍ਰੇਮ ਦਾ ਜਿਹੜਾ ਰੰਗ ਹੈਗਾ ਵੀ ਮਤਲਬ ਉਹ ਸਹਿਜਤਾ ਨਾਲ ਹੀ ਆ ਜਾਂਦਾ, ਅਤੇ ਜਿਹਦੇ ਵਿੱਚ ਆ ਜਾਂਦਾ ਹੈਗਾ ਅਤੇ ਉਹ ਫਿਰ ਹਰ ਗੁਣ ਪਾਵੈ ਸੋਏ। ਫਿਰ ਉਹਦੇ ਵਿੱਚ ਹਰੀ ਦੇ ਗੁਣਾਂ ਦਾ ਵਾਸਾ ਹੋ ਜਾਂਦਾ, ਜਿਹਦੇ ਅੰਦਰ ਪਰਮਾਤਮਾ ਦੇ ਨਾਮ ਵਸ ਗਿਆ, ਪਰਮਾਤਮਾ ਦਾ ਪ੍ਰੇਮ ਵਸ ਗਿਆ ਅਤੇ ਉਹਦੇ ਅੰਦਰ ਪਰਮਾਤਮਾ ਦੇ ਗੁਣ ਆ ਜਾਂਦੇ ਨੇ। ਸ੍ਰੀ ਰਾਗ ਮਹੱਲਾ ਤੀਜਾ। ਕਾਇਆ ਸਾਧੈ ਉਰਦ ਤਪ ਕਰੈ, ਵਿੱਚੋਂ ਹਉਮੈ ਨਾ ਜਾਏ। ਅਧਿਆਤਮ ਕਰਮ ਜੇ ਕਰੇ, ਨਾਮ ਨਾ ਕਬਹੀ ਪਾਏ। ਹਾਂਜੀ, ਕਹਿੰਦੇ ਜੇ ਕੋਈ ਜੀਵ ਇਹ ਸੋਚੇ ਕਿ ਮੈਂ ਆਪਣੀਆਂ ਗਿਆਨ ਇੰਦਰੀਆਂ 'ਤੇ ਆਪਣੇ ਮਨ 'ਤੇ ਕਾਬੂ ਪਾਉਣ ਦੇ ਲਈ ਮਤਲਬ ਪੁੱਠਾ ਲਟਕ ਕੇ ਵੀ ਤਪ ਕਰੇ, ਫਿਰ ਵੀ ਕਹਿੰਦੇ ਸਾਡੇ ਅੰਦਰੋਂ ਹਉਮੈ ਨਹੀਂ ਜਾਂਦੀ। ਜਿਹੜਾ ਗੁਰਮਤਿ ਦਾ ਮਾਰਗ ਆ ਇਹ ਹਠ ਦਾ ਮਾਰਗ ਨਹੀਂ ਹੈਗਾ, ਇਹ ਮਤਲਬ ਪ੍ਰੇਮ ਦਾ ਮਾਰਗ ਆ। ਅਧਿਆਤਮ ਕਰਮ ਜੇ ਕਰੇ, ਨਾਮ ਨਾ ਕਬਹੀ ਪਾਏ। ਜੇ ਕੋਈ ਹੋਰ ਆਪਣੇ ਮਤਲਬ ਆਤਮਿਕ ਜੀਵਨ ਨੂੰ ਉੱਚਾ ਕਰਨ ਲਈ ਹੋਰ ਕੋਈ ਧਾਰਮਿਕ ਕਰਮ ਪਖੰਡ ਕਰੇ ਫਿਰ ਵੀ ਉਹਨੂੰ ਅੰਦਰੋਂ ਨਾਮ ਨਹੀਂ ਮਿਲਦਾ। ਗੁਰ ਕੈ ਸ਼ਬਦ ਜੀਵਤ ਮਰੈ, ਹਰ ਨਾਮ ਵਸੈ ਮਨ ਆਏ। ਇਹ ਹੈ ਕਹਿੰਦੇ ਵੀ ਜੋ ਕੋਈ ਗੁਰੂ ਦੇ ਸ਼ਬਦ 'ਤੇ ਚੱਲ ਕੇ ਜੀਵਤ ਮਰੇ, ਆਪਣੇ ਮਨ ਦੇ ਵਿਕਾਰਾਂ ਨੂੰ ਮਾਰ ਲਵੇ, ਆਸਾ ਤ੍ਰਿਸ਼ਨਾ ਨੂੰ ਮਾਰ ਲਵੇ, ਫਿਰ ਉਹਦੇ ਅੰਦਰ ਪਰਮਾਤਮਾ ਦਾ ਨਾਮ ਆ ਕੇ ਵਸ ਜਾਂਦਾ ਹੈ। ਸੁਣ ਮਨ ਮੇਰੇ, ਭਜ ਸਤਿਗੁਰ ਸਰਨਾ। ਕਹਿੰਦੇ ਹੇ ਮੇਰੇ ਮਨ, ਭੱਜ ਕੇ ਸਤਿਗੁਰ ਦੀ ਸ਼ਰਨ ਪੈ ਜਾ। ਗੁਰ ਪ੍ਰਸਾਦੀ ਛੁਟੀਐ, ਬਿਖ ਭਵਜਲ ਸ਼ਬਦ ਗੁਰ ਤਰਨਾ। ਰਹਾਓ। ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਹੀ, ਗੁਰੂ ਦੇ ਸ਼ਬਦ ਦੇ ਨਾਲ ਹੀ ਤਰਿਆ ਜਾਣਾ, ਅਤੇ ਇਹ ਜਿਹੜਾ ਬਿਖ ਭਵਜਲ ਇਹ ਸੰਸਾਰ ਸਮੁੰਦਰ ਆ ਜੋ ਵਿਕਾਰਾਂ ਦਾ ਭਰਿਆ, ਗੁਰੂ ਦੀ ਕਿਰਪਾ ਨਾਲ ਅਤੇ ਗੁਰੂ ਦੇ ਸ਼ਬਦ ਨਾਲ ਹੀ ਤਰ ਹੋਣਾ। ਰਹਾਓ। ਤ੍ਰੈ ਗੁਣ ਸਭਾ ਤਾਤ ਹੈ, ਦੂਜਾ ਭਾਉ ਵਿਕਾਰ। ਕਹਿੰਦੇ ਜੋ ਤਿੰਨੇ ਗੁਣ ਨੇ ਮਾਇਆ ਦੇ, ਰਜੋ ਤਮੋ ਸਤੋ ਗੁਣ ਨੇ, ਇਹ ਸਭ ਮਾਇਆ ਦੇ ਨੇ। ਇਹ ਜਿਹੜਾ ਮਾਇਆ ਦਾ ਪਿਆਰ ਆ ਇਹ ਵੀ ਵਿਕਾਰ ਆ। ਪੰਡਤ ਪੜ੍ਹੈ ਬੰਧਨ ਮੋਹ ਬਾਧਾ, ਨਹਿ ਬੂਝੈ ਵਿਖਿਆ ਪਿਆਰ। ਕਹਿੰਦੇ ਜਿਹੜੇ ਪੰਡਤ ਆ ਵੀ ਉਹ ਸ਼ਾਸਤਰ ਪੜ੍ਹਦਾ ਹੈਗਾ, ਪਰ ਮਤਲਬ ਦੂਜਿਆਂ ਨੂੰ ਸੁਣਾਉਂਦਾ ਵੀ ਹੈਗਾ, ਪਰ ਉਹਦਾ ਜਿਹੜਾ ਇਹ ਸ਼ਾਸਤਰ ਪੜ੍ਹਨਾ ਵੀ ਆ ਨਾ, ਉਹ ਵੇਦ ਪੜ੍ਹਨਾ ਵੀ ਆ, ਉਹ ਮੋਹ ਮਾਇਆ ਦੇ ਵਿੱਚ ਫਸ ਕੇ ਪੜ੍ਹ ਰਿਹਾ ਹੈ।
ਉਹਨੂੰ ਸਮਝ ਨਹੀਂ ਹੈਗੀ ਕਿ ਵੀ ਇਹ ਵੀ ਮਾਇਆ ਦਾ ਪਿਆਰ ਆ ਜਿਸ ਦੀ ਖਾਤਰ ਉਹ ਇਹ ਪੜ੍ਹ ਰਿਹਾ। ਉਹ ਅੰਦਰਲੇ ਨੂੰ ਨਹੀਂ ਸਮਝ ਰਿਹਾ। ਸਤਿਗੁਰ ਮਿਲਿਐ ਤ੍ਰਿਕੁਟੀ ਛੂਟੈ, ਚੌਥੇ ਪਦ ਮੁਕਤ ਦੁਆਰ। ਕਹਿੰਦੇ ਜਦੋਂ ਸਾਡਾ ਗੁਰੂ ਦੇ ਨਾਲ ਮੇਲ ਹੁੰਦਾ, ਗੁਰੂ ਦੀ ਸ਼ਰਨ ਪੈਂਦੇ ਆ, ਫਿਰ ਸਾਡੇ ਅੰਦਰੋਂ ਜਿਹੜੀ ਮਾਇਆ ਦੀ ਖਿਝ ਆ ਉਹ ਫਿਰ ਖਤਮ ਹੁੰਦੀ ਆ। ਫਿਰ ਸਾਡੀ ਜਾ ਕੇ ਚੌਥੇ ਪਦ ਦੀ ਪ੍ਰਾਪਤੀ ਹੁੰਦੀ ਆ, ਮਾਇਆ ਦੇ ਬੰਧਨਾਂ ਤੋਂ ਸਾਡੀ ਖਲਾਸੀ ਹੁੰਦੀ ਆ। ਗੁਰ ਤੇ ਮਾਰਗ ਪਾਈਐ, ਚੂਕੈ ਮੋਹ ਗੁਬਾਰ। ਗੁਰੂ ਦੀ ਸ਼ਰਨ ਪਿਆ, ਗੁਰੂ ਤੋਂ ਅਸਲੀ ਮਾਰਗ ਜ਼ਿੰਦਗੀ ਦਾ ਪਤਾ ਚੱਲਦਾ। ਫਿਰ ਸਾਡਾ ਜਿਹੜਾ ਹੈਗਾ ਮੋਹ ਦਾ ਹਨੇਰਾ ਖਤਮ ਹੋ ਜਾਂਦਾ। ਸ਼ਬਦ ਮਰੈ ਤਾਂ ਉਦਰੈ, ਪਾਏ ਮੋਖ ਦੁਆਰ। ਕਹਿੰਦੇ ਜੇ ਗੁਰੂ ਦੇ ਸ਼ਬਦ ਦੇ ਨਾਲੋਂ ਸਾਡਾ ਅੰਦਰੋਂ ਹਉਮੈ ਮਰ ਜਾਏ ਤਾਂ ਫਿਰ ਕਹਿੰਦੇ ਸਾਡਾ ਉਧਾਰ ਹੁੰਦਾ ਅਤੇ ਫਿਰ ਸਾਨੂੰ ਮੁਕਤੀ ਦਾ ਦੁਆਰ ਮਿਲਦਾ ਵਿਕਾਰਾਂ ਤੋਂ। ਗੁਰ ਪ੍ਰਸਾਦੀ ਮਿਲ ਰਹਿ, ਸੱਚ ਨਾਮ ਕਰਤਾਰ। ਕਹਿੰਦੇ ਗੁਰੂ ਦੀ ਕਿਰਪਾ ਨਾਲ ਹੀ ਅਸੀਂ ਉਸ ਸੱਚੇ ਪਰਮਾਤਮਾ ਦੇ ਨਾਮ ਨਾਲ ਮਿਲੇ ਰਹਿੰਦੇ ਹਾਂ। ਇਹ ਮਨੁਆ ਅਤ ਸਬਲ ਹੈ, ਛੱਡੇ ਨਾ ਕਿਤੈ ਉਪਾਏ। ਕਹਿੰਦੇ ਜਿਹੜਾ ਸਾਡਾ ਇਹ ਮਨ ਆ ਬਹੁਤ ਬਲਵਾਨ ਆ। ਗੁਰੂ ਦੀ ਸ਼ਰਨ ਪੈਣ ਤੋਂ ਬਿਨਾਂ ਹੋਰ ਕਿਸੇ ਹੋਰ ਤਰੀਕੇ ਦੇ ਨਾਲ ਇਹ ਆਪਣੀ ਚੰਚਲਤਾ ਛੱਡਦਾ ਨਹੀਂ, ਸਾਡੇ ਵੱਸ ਆਉਂਦਾ ਹੀ ਨਹੀਂ। ਦੂਜੇ ਭਾਏ ਦੁੱਖ ਲਾਈਦਾ, ਬਹੁਤੀ ਦੇ ਸਜਾਏ। ਕਹਿੰਦੇ ਵੀ ਮਾਇਆ ਦੇ ਪਿਆਰ ਦੇ ਨਾਲ ਸਾਨੂੰ ਬਹੁਤ ਦੁੱਖ ਲੱਗਦਾ ਅਤੇ ਸਾਨੂੰ ਇਸ ਤਰ੍ਹਾਂ ਸਾਡਾ ਮਨ ਬਹੁਤ ਸਜ਼ਾ ਦਿੰਦਾ। ਨਾਨਕ ਨਾਮ ਲੱਗੇ ਸੇ ਉਬਰੇ, ਹਉਮੈ ਸ਼ਬਦ ਗਵਾਏ। ਕਹਿੰਦੇ ਹੇ ਨਾਨਕ, ਜੋ ਪਰਮਾਤਮਾ ਦੇ ਨਾਮ ਵਿੱਚ ਲੱਗ ਜਾਂਦੇ ਨੇ ਉਹ ਇਸ ਸੰਸਾਰ ਦੇ ਭੌਜਲ ਦੇ ਵਿੱਚੋਂ ਤਰ ਜਾਂਦੇ ਨੇ ਅਤੇ ਉਹਨਾਂ ਦੇ ਅੰਦਰੋਂ ਗੁਰੂ ਦਾ ਸ਼ਬਦ ਹਉਮੈ ਨੂੰ ਖਤਮ ਕਰ ਦਿੰਦਾ। ਹਾਂਜੀ ਸੰਗਤ ਜੀ, ਜਦੋਂ ਆਪਾਂ ਗੁਰਬਾਣੀ ਦੀ ਵਿਚਾਰ ਕਰਦੇ ਹਾਂ, ਬਹੁਤ ਵਾਰ ਬਾਣੀ ਦੇ ਵਿੱਚ ਨਾਮ, ਸ਼ਬਦ ਅਤੇ ਇਸ ਤਰ੍ਹਾਂ ਮਤਲਬ ਬਹੁਤ ਵਾਰ ਆਉਂਦਾ ਕਿ ਨਾਮ ਵਿੱਚ ਜੁੜੀਏ, ਸ਼ਬਦ ਵਿੱਚ ਜੁੜੀਏ। ਕਈ ਦਫਾ ਸਾਡੇ ਮਨ ਵਿੱਚ ਹੁੰਦਾ ਕਿ ਗੁਰੂ ਸਾਹਿਬਾਨ ਨਾਮ ਕਿਸ ਨੂੰ ਕਹਿ ਰਹੇ ਨੇ, ਸ਼ਬਦ ਕਿਸ ਨੂੰ ਕਹਿ ਰਹੇ ਨੇ। ਪੂਰਾ 100% ਤਾਂ ਗੁਰੂ ਸਾਹਿਬਾਨ ਹੀ ਜਾਣਦੇ ਨੇ ਕਿ ਵੀ ਉਹ ਨਾਮ ਜਦੋਂ ਕਹਿੰਦੇ ਨੇ ਤਾਂ ਕਿਸ ਚੀਜ਼ ਨੂੰ ਕਹਿੰਦੇ ਨੇ ਅਤੇ ਜਦੋਂ ਸ਼ਬਦ ਕਹਿ ਰਹੇ ਨੇ ਤਾਂ ਕਿਸ ਚੀਜ਼ ਨੂੰ। ਪਰ ਜਿਸ ਤਰ੍ਹਾਂ ਵੀ ਮਨ ਦੇ ਵਿੱਚ ਗੱਲ ਆਉਂਦੀ ਆ ਜਾਂ ਕੋਈ ਵਿਦਵਾਨ ਵੀਰ ਭੈਣਾਂ ਦੇ ਵਿਚਾਰ ਸੁਣੇ ਨੇ, ਨਾਮ ਤੇ ਇਸ ਤਰ੍ਹਾਂ ਹੈ ਕਿ ਜਿਸ ਤਰ੍ਹਾਂ ਪਰਮਾਤਮਾ ਦਾ ਨਾਮ ਹੈ ਨਾ, ਇਹ ਜਿਸ ਤਰ੍ਹਾਂ ਨਾਮ, ਸ਼ਬਦ, ਇਹ ਆਪਸ ਦੇ ਵਿੱਚ ਇਹਨਾਂ ਦਾ ਸਭ ਦਾ ਬੜਾ ਸੰਬੰਧ ਹੈ ਨੇੜੇ ਦਾ। ਸਾਡੇ ਅੰਦਰ ਪਰਮਾਤਮਾ ਦਾ ਨਾਮ ਟਿਕ ਜਾਣਾ, ਇਹ ਜਿੱਦਾਂ ਇੱਕ ਬਹੁਤ ਹੀ ਗਹਿਰਾਈ ਵਾਲੀ ਜਿੱਦਾਂ ਅਵਸਥਾ ਹੈਗੀ ਆ ਨਾ। ਪਹਿਲਾਂ ਤਾਂ ਹੈਗਾ ਸ਼ਬਦ ਹੈ, ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਸ਼ਬਦ ਗੁਰੂ ਨੇ। ਗੁਰੂ ਸਾਹਿਬਾਨ ਦੀ ਬਾਣੀ ਸਾਡੇ ਲਈ ਸ਼ਬਦ ਗੁਰੂ ਹੈ ਨਾ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਦੇ ਹਾਂ ਤਾਂ ਅਸੀਂ ਇਹ ਸ਼ਬਦ ਦੇ ਲੜ ਲੱਗਦੇ ਹਾਂ, ਗੁਰੂ ਦੇ ਸ਼ਬਦ ਦੇ ਲੜ ਲੱਗਦੇ ਹਾਂ। ਜਦੋਂ ਸਾਡਾ ਗੁਰੂ ਦੇ ਸ਼ਬਦ ਨਾਲ, ਗੁਰੂ ਦੀ ਬਾਣੀ ਦੇ ਨਾਲ ਪਿਆਰ ਪੈ ਜਾਂਦਾ ਤਾਂ ਹੌਲੀ ਹੌਲੀ ਸਾਡੇ ਲਈ ਰਸਤੇ ਬਣਦੇ ਜਾਂਦੇ ਨੇ। ਇਹ ਤਾਂ ਹੋ ਗਿਆ ਨਾ ਜਦੋਂ ਸਾਡਾ ਗੁਰੂ ਦੇ ਸ਼ਬਦ ਦੇ ਨਾਲ, ਗੁਰੂ ਦੀ ਬਾਣੀ ਦੇ ਨਾਲ ਪਿਆਰ ਪੈ ਗਿਆ, ਇਹ ਸਾਡਾ ਗੁਰੂ ਦੇ ਲੜ ਲੱਗਣਾ ਹੋ ਗਿਆ। ਜਦੋਂ ਅਸੀਂ ਗੁਰੂ ਦੇ ਲੜ ਲੱਗ ਗਏ ਨਾ, ਫਿਰ ਗੁਰੂ ਨੇ ਸਾਨੂੰ ਨਾਮ ਦੀ ਦਾਤ ਦੇਣੀ ਆ। ਫਿਰ ਸਾਡਾ ਹੌਲੀ ਪਰਮਾਤਮਾ ਦੇ ਨਾਮ ਦੇ ਵਿੱਚ ਪਿਆਰ ਪੈਣਾ ਸ਼ੁਰੂ ਹੋ ਜਾਂਦਾ। ਨਾਮ ਕਿਸ ਤਰ੍ਹਾਂ ਕਿ ਜਦੋਂ ਅਸੀਂ ਪਰਮਾਤਮਾ ਦਾ ਨਾਮ ਸਿਮਰਦੇ ਹਾਂ, ਅਸੀਂ ਗੁਰੂ ਨਾਨਕ ਦੇਵ ਜੀ ਵੱਲੋਂ ਸਾਨੂੰ ਗੁਰਮੰਤਰ ਵਾਹਿਗੁਰੂ ਸ਼ਬਦ ਦਿੱਤਾ ਹੋਇਆ, ਉਹਦਾ ਵੀ ਜਾਪ ਕਰ ਸਕਦੇ ਹਾਂ। ਪਰ ਕਈ ਦਫਾ ਸੰਗਤ ਵਿੱਚ ਸੁਣਨ ਨੂੰ ਆਉਂਦਾ ਕਿ ਜੀ ਸਾਡਾ ਮਨ ਨਹੀਂ ਟਿਕਦਾ ਹੈ ਨਾ। ਅਤੇ ਕਈ ਦਫਾ ਕਈ ਸੰਗਤ ਵਿੱਚੋਂ ਕਹਿੰਦੇ ਨੇ ਹਰੀ ਦੇ ਜਨ ਕਿ ਸਾਡਾ ਜ਼ਿਆਦਾ ਮਨ ਮੂਲ ਮੰਤਰ ਵਿੱਚ ਟਿਕਦਾ। ਹਾਂਜੀ,
ਸੰਗਤ ਜੀ, ਇਹਦੇ ਵਿੱਚ ਬਿਲਕੁਲ ਵੀ ਕੋਈ ਵਹਿਮ ਭਰਮ ਦੀ ਗੱਲ ਨਹੀਂ। ਜੇ ਆਪ ਦਾ ਮਨ ਵਾਹਿਗੁਰੂ ਗੁਰਮੰਤਰ ਦਾ ਸਿਮਰਨ ਕਰਨ ਵਿੱਚ ਲੱਗਦਾ ਤਾਂ ਆਪ ਵਾਹਿਗੁਰੂ ਦਾ ਜਾਪ ਕਰ ਲਓ। ਪਰ ਜੇ ਆਪ ਦਾ ਮਨ ਮੂਲ ਮੰਤਰ ਦੇ ਵਿੱਚ ਟਿਕਦਾ ਤਾਂ ਆਪ ਮੂਲ ਮੰਤਰ ਦਾ ਜਾਪ ਕਰ ਲਓ। ਜਿਸ ਵੀ ਸ਼ਬਦ ਦੇ ਵਿੱਚ ਆਪ ਦਾ ਮਨ ਭਿੱਜਦਾ ਹੈ, ਆਪ ਉਸ ਦਾ ਹੀ ਸਿਮਰਨ ਕਰ ਲਓ। ਪਰਮਾਤਮਾ ਸਾਰੀ ਗੁਰੂ ਦੀ ਸਾਰੀ ਜਿਹੜੀ ਬਾਣੀ ਉਹਦੇ ਵਿੱਚ ਪਰਮਾਤਮਾ ਨੇ, ਪਰਮਾਤਮਾ ਜਰੇ ਜਰੇ 'ਚ ਨੇ। ਜਿਸ ਤਰ੍ਹਾਂ ਅਸੀਂ ਗੁਰੂ ਦੀ ਬਾਣੀ ਦੇ ਨਾਲ ਜੁੜਦੇ ਜਾਂਦੇ ਹਾਂ, ਸਾਡੇ ਲਈ ਆਪਣੇ ਆਪ ਰਸਤੇ ਬਣਦੇ ਜਾਂਦੇ ਨੇ। ਪਰਮਾਤਮਾ ਸਾਡੇ ਲਈ ਆਪਣੇ ਆਪ ਵਿਧੀ ਬਣਾਉਂਦੇ ਜਾਂਦੇ ਨੇ, ਕਿਉਂਕਿ ਪਰਮਾਤਮਾ ਨੇ ਇਹ ਵਿਧੀ ਬਣਾਈ ਆ ਕਿ ਗੁਰੂ ਦਾ ਪਹਿਲਾਂ ਸ਼ਰਨ ਲੈਣੀ ਆ ਜੀਵ ਨੇ, ਫਿਰ ਉੱਥੋਂ ਨਾਮ ਮਿਲਣਾ, ਨਾਮ ਦੀ ਕਮਾਈ ਹੋਣੀ ਆ, ਫਿਰ ਪਰਮਾਤਮਾ ਨੇ ਰਹਿਮਤ ਕਰਕੇ ਆਪ ਦੇ ਨਾਲ ਜੀਵ ਨੂੰ ਮਿਲਾ ਲੈਣਾ। ਅਤੇ ਇਹ ਫਿਰ ਜਦੋਂ ਅਸੀਂ ਗੁਰੂ ਦੇ ਸ਼ਬਦ ਨਾਲ ਪ੍ਰੇਮ ਦੇ ਨਾਲ ਜੁੜ ਜਾਂਦੇ ਹਾਂ ਤਾਂ ਹੌਲੀ ਹੌਲੀ ਪਰਮਾਤਮਾ ਆਪ ਹੀ ਵਿਧੀ ਬਣਾਈ ਜਾਂਦੇ ਨੇ। ਜਦੋਂ ਅਸੀਂ ਇਸ ਰਸਤੇ ਵਿੱਚ ਪੈਂਦੇ ਹਾਂ ਤਾਂ ਸਾਨੂੰ ਸਾਰਾ ਕੁਝ ਹੌਲੀ 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 ਸਾਰੇ ਭੇਦ ਖੁੱਲ੍ਹਣੇ ਸ਼ੁਰੂ ਹੋ ਜਾਂਦੇ ਨੇ ਭਗਤੀ ਕਰਨ ਦੇ। ਫਿਰ ਜਿਸ ਤਰ੍ਹਾਂ ਜੀਵ ਹੌਲੀ ਹੌਲੀ ਸ਼ੁਰੂ, ਜਿੱਦਾਂ ਕਹਿੰਦੇ ਇੱਕ ਵਾਰ ਰਸਤੇ 'ਤੇ ਚੱਲਿਆ ਤਾਂ ਫਿਰ ਅੱਗੇ ਅੱਗੇ ਰਸਤਾ ਬਣਦਾ ਹੀ ਜਾਂਦਾ ਹੈ। ਸਾਡੇ ਲਈ ਤਾਂ ਬਹੁਤ ਸੌਖਾ ਹੈ ਕਿ ਪਹਿਲੇ ਜਿਹੜੇ ਭਗਤ ਹੋਏ ਨੇ ਗੁਰੂ ਸਾਹਿਬਾਨ ਨੇ, ਸਾਨੂੰ ਕਿਸ ਤਰ੍ਹਾਂ ਉਹ ਰਸਤਾ ਦੱਸ ਗਏ ਨੇ। ਜਿਸ ਕਿਸੇ ਨੇ ਸਭ ਤੋਂ ਪਹਿਲਾਂ ਸ਼ੁਰੂ ਕੀਤਾ ਹੋ ਉਹਨਾਂ ਲਈ ਸੀ ਨਾ। ਹੁਣ ਤਾਂ ਰਸਤਾ ਬਣਿਆ ਹੋਇਆ ਨਾ, ਹੁਣ ਤਾਂ ਸਿਰਫ ਆਪਾਂ ਉਸ ਰਸਤੇ 'ਤੇ ਚੱਲਣਾ ਹੈ ਜੀ। ਹਾਂਜੀ ਸੰਗਤ ਜੀ, ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ। ਭੁੱਲਾਂ ਚੁੱਕਾਂ ਦੀ ਮਾफ़ੀ ਦਿਓ ਜੀ। ਪਰਮਾਤਮਾ ਜੀ, ਪਰਮੇਸ਼ਰ ਜੀ, ਆਪ ਦੀ ਬਾਣੀ ਦੀ ਵਿਚਾਰ ਕਰਦਿਆਂ ਅਨੰਤ ਗਲਤੀਆਂ ਹੋਈਆਂ ਨੇ ਜੀ, ਬਹੁਤ ਭੁੱਲਾਂ ਚੁੱਕਾਂ ਹੋਈਆਂ ਨੇ। ਬਖਸ਼ਣਾ ਸੱਚੇ ਪਿਤਾ ਜੀ, ਅੱਗੇ ਤੋਂ ਸੁਮੱਤ ਦੇਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।